ਸਿੱਧੀ ਗੱਲ ਪ੍ਰੋਗਰਾਮ ਵੇਖ ਰਹੇ ਸਾਰੇ ਸਰੋਤਿਆਂ ਨੂੰ ਕਵਰ ਸਿੰਘ ਬੇਦੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਪੁੱਜੇ ਹਾਂ ਪਟਿਆਲਾ ਦੇ ਪਿੰਡ ਲੱਖੋ ਮਾਜਰਾ ਵਿਖੇ। ਗੱਲਬਾਤ ਕਰਦੇ ਹਾਂ ਸ਼ਰਨਜੀਤ ਸਿੰਘ ਨਾਲ ਕਿ ਕਿਸ ਤਰ੍ਹਾਂ ਉਹਨਾਂ ਦੇ ਪਿਤਾ ਦੀ ਉੱਥੇ ਗ੍ਰਿਫਤਾਰੀ ਹੁੰਦੀ ਹੈ, ਦਿੱਲੀ ਦੇ ਵਿੱਚ ਕੀ ਮਾਹੌਲ ਹੈ ਕਿਸਾਨੀ ਸੰਘਰਸ਼ ਨੂੰ ਲੈ ਕੇ। ਪਟਿਆਲੇ ਵਿੱਚ ਹੀ ਨਹੀਂ ਇਕੱਲਾ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ FIR ਦਰਜ ਕੀਤੀ ਗਈਆਂ ਨੇ ਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਲੋਕ ਹੈ ਉਹ ਗ੍ਰਿਫਤਾਰ ਕੀਤੇ ਗਏ। ਹੁਣ ਤੱਕ ਪਟਿਆਲੇ ਦੇ ਵਿੱਚ ਜਿਹੜਾ ਹੈ 3 ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਆ। ਇੱਕ ਤਾਂ ਲੱਖੋ ਮਾਜਰਾ ਵਿਖੇ ਤੇ ਦੂਸਰਾ ਇੱਕ ਘੁੰਗਰਾਲੀ ਪਿੰਡ ਤੇ ਇੱਕ ਕਸਿਆਣਾ ਵਿਖੇ ਮਾਮਲਾ ਜਿਹੜਾ ਕਿਤੇ ਨਾ ਕਿਤੇ ਸਾਹਮਣੇ ਆਇਆ। ਅਸੀਂ ਪਿੰਡ ਲੱਖੋ ਮਾਜਰਾ ਪੁੱਜੇ ਹਾਂ ਸ਼ਰਨਜੀਤ ਸਿੰਘ ਦੇ ਘਰ, ਜਿੱਥੇ ਉਹਨਾਂ ਦੇ ਪਿਤਾ ਬਾਰੇ ਜਾਣਾਂਗੇ ਕਿ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਉਹਨਾਂ ਦੀ ਗ੍ਰਿਫਤਾਰੀ ਉੱਥੇ ਹੁੰਦੀ ਹੈ। ਅਸੀਂ ਇੱਥੋਂ ਸਿੰਘੂ ਬਾਰਡਰ ਦੇ ਉੱਤੇ ਆਪਣਾ ਇੱਕ ਲੰਗਰ ਚੱਲ ਰਿਹਾ ਅਜੀਜ਼ਪੁਰ ਟੋਲ ਪਲਾਜ਼ੇ ਦਾ, ਅਸੀਂ ਉਹਦੇ ਵਿੱਚ ਸ਼ਮੂਲੀਅਤ ਸੀਗੀ ਸਾਡੀ। ਤੇ ਤੁਸੀਂ ਦਿੱਲੀ ਕਦੋਂ ਗਏ ਜੀ? ਅਸੀਂ ਦਿੱਲੀ ਤਾਂ ਸ਼ੁਰੂ ਤੋਂ ਕਾਫੀ ਮੰਨ ਕੇ ਚਲੋ, ਪਹਿਲਾਂ ਫਾਦਰ ਸਾਹਿਬ ਇਕੱਲੇ ਜਾ ਕੇ ਆਏ ਆ, ਉਸ ਤੋਂ ਬਾਅਦ ਟਰਾਲੀਆਂ ਲੈ ਕੇ ਅਸੀਂ ਗਏ ਆ ਤੇ ਲਾਸਟ ਜਿਹੜਾ ਅਸੀਂ ਗਏ ਸੀ ਮੈਂ ਤੇ ਮੇਰੇ ਫਾਦਰ ਸਾਹਿਬ 24 ਤਰੀਕ ਨੂੰ ਅਸੀਂ ਇਕੱਠੇ ਗਏ ਸੀ। ਤੇ ਇੱਕ ਸਾਡੇ ਨਾਲ ਪਿੰਡ ਦੇ ਮੋਹਤਵਰ ਬੰਦੇ ਕੇਸਰ ਸਿੰਘ ਉਹ ਸਾਡੇ ਨਾਲ ਗਏ ਸੀਗੇ ਤੇ ਅਸੀਂ ਆਪਣਾ ਲੰਗਰ ਦਾ ਸਮਾਨ ਪਿੰਡ ਵੱਲੋਂ ਅਚਾਰ ਤਿਆਰ ਕੀਤਾ ਗਿਆ ਸੀ ਉੱਥੇ ਪਹੁੰਚਾਉਣ ਲਈ, ਉਹ ਲੈ ਕੇ ਨਾਲ। ਸ਼ਰਨਜੀਤ ਸਿੰਘ ਜੀ, ਤੁਸੀਂ ਇਕੱਲਾ ਕਿਸਾਨੀ ਸੰਘਰਸ਼ ਨੂੰ ਦੇਖਦੇ ਹੋਏ ਗਏ ਸੀ ਕਿ ਜਾਂ ਕਿਸੇ ਜਥੇਬੰਦੀ ਵੱਲੋਂ ਉੱਥੇ ਸ਼ਮੂਲੀਅਤ ਕੀਤੀ ਸੀ? ਨਹੀਂ ਜੀ, ਅਸੀਂ ਕਿਸੇ ਵੀ ਜਥੇਬੰਦੀ ਵੱਲੋਂ ਨਹੀਂ ਸ਼ਮੂਲੀਅਤ ਕੀਤੀ ਸੀ, ਅਸੀਂ ਆਪਣੇ ਵੱਲੋਂ ਆਪਣੇ ਮਨ ਤਨ ਤੋਂ ਉੱਥੇ ਪਹੁੰਚ ਕੀਤੀ ਸੀ। ਸ਼ਰਨਜੀਤ ਜੀ, ਤੁਸੀਂ ਇਹ ਦੱਸੋ ਕਿ ਇਹ ਗ੍ਰਿਫਤਾਰੀ ਕਿਹੜੇ ਦਿਨ ਹੁੰਦੀ ਹੈ ਤੇ ਤੁਹਾਨੂੰ ਇਸ ਗ੍ਰਿਫਤਾਰੀ ਬਾਰੇ ਕਦੋਂ ਪਤਾ ਲੱਗਦਾ? ਇਹ ਗ੍ਰਿਫਤਾਰੀ ਦਾ ਮੈਨੂੰ ਪਤਾ ਲੱਗਦਾ ਹੈ ਜੀ ਤਕਰੀਬਨ 30 ਤਰੀਕ ਨੂੰ ਸਵੇਰੇ 4:30 ਵਜੇ, ਜਦੋਂ ਮੇਰੇ ਕੋਲ SI ਰਾਜੂ ਹੁੱਡਾ ਜੀ ਦੀ ਕਾਲ ਆਉਂਦੀ ਹੈ ਵੀ ਤੁਹਾਡੇ ਫਾਦਰ ਸਾਹਿਬ ਨਰੇਲੇ ਤੋਂ ਅਰੈਸਟ ਕੀਤੇ ਗਏ ਨੇ। ਉਸ ਤੋਂ ਬਾਅਦ ਇਹ ਕਾਲ ਤੁਹਾਨੂੰ ਕਿੰਨੇ ਵਜੇ ਆਉਂਦੀ ਹੈ ਤੇ ਕਿਹੜੇ ਦਿਨ ਆਉਂਦੀ ਹੈ ਤੇ ਉਸ ਤੋਂ ਬਾਅਦ ਪਿਤਾ ਜੀ ਨੂੰ ਕਿੱਥੇ ਰੱਖਿਆ ਜਾਂਦਾ ਹੈ, ਇਸ ਬਾਰੇ ਦੱਸੋ। ਇਸ ਬਾਰੇ ਜਿਹੜੀ ਮੈਨੂੰ ਕਾਲ ਆਉਂਦੀ ਹੈ ਉਹ 30 ਤਰੀਕ ਨੂੰ ਸਵੇਰੇ 4:30 ਵਜੇ 4:20 ਤੇ ਮੇਰੇ ਕੋਲ ਕਾਲ ਆਉਂਦੀ ਹੈ ਜੀ। ਤੇ ਅਲੀਪੁਰ ਥਾਣੇ ਤੋਂ SI ਰਾਜੂ ਹੁੱਡਾ ਜੀ ਗੱਲ ਕਰ ਰਹੇ ਸੀਗੇ, ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਆਪਣਾ ਅਲੀਪੁਰ ਥਾਣੇ ਦੇ ਵਿੱਚ ਰੱਖਿਆ ਗਿਆ ਜੀ। ਦਿੱਲੀ ਜਿਵੇਂ ਹਿੰਸਾ ਹੁੰਦੀ ਹੈ 26 ਤਰੀਕ ਨੂੰ, ਉਸ ਹਿੰਸਾ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਜਿਵੇਂ ਹੋਰ ਗ੍ਰਿਫਤਾਰੀਆਂ ਹੋਈਆਂ ਨੇ ਉਸ ਗ੍ਰਿਫਤਾਰੀ ਦੇ ਤਹਿਤ ਹੀ ਪਿਤਾ ਜੀ ਨੂੰ ਗ੍ਰਿਫਤਾਰ ਕੀਤਾ? ਨਹੀਂ ਜੀ, 26 ਤਰੀਕ ਦੀ ਅਹਿੰਸਾ ਦੇ ਦੌਰਾਨ ਸਾਡੇ ਨਾਲ ਕੋਈ ਇੱਦਾਂ ਦੀ ਸਾਡੀ ਅਹਿੰਸਾ ਦੇ ਵਿੱਚ ਕੋਈ ਵੀ ਸ਼ਮੂਲੀਅਤ ਨਹੀਂ ਸੀਗੀ, ਨਾ ਅਸੀਂ ਲਾਲ ਕਿਲੇ ਤੇ ਗਏ ਸੀਗੇ। ਅਸੀਂ ਇੱਕ ਆਰਾਮ ਨਾਲ 26 ਤਰੀਕ ਦਾ ਟਰੈਕਟਰ ਮਾਰਚ ਪੂਰਾ ਕਰਕੇ 26 ਤਰੀਕ ਨੂੰ ਹੀ ਆਪਣੇ ਲੰਗਰ ਦੇ ਕੋਲ ਪਹੁੰਚ ਗਏ ਸੀ। ਪਰ ਤੁਸੀਂ ਇਹ ਦੱਸੋ ਕਿ ਕਿਤੇ ਨਾ ਕਿਤੇ ਜਿਵੇਂ ਉੱਥੇ ਭੰਦੇਰ ਹੋਣਾ ਦੀ ਇੱਕ ਜਥੇਬੰਦੀ ਹੈ, ਉਹਨਾਂ ਨੇ ਲਾਲ ਕਿਲੇ ਵੱਲ ਉੱਥੋਂ ਦਾਖਲ ਹੁੰਦੇ ਨੇ ਦਿੱਲੀ ਵੱਲ, ਪਰ ਉਹ ਕਿਤੇ ਨਾ ਕਿਤੇ ਬਹੁਤ ਸਾਰੇ ਘਟਨਾਕ੍ਰਮ ਨੇ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ, ਕਿਤੇ ਨਾ ਕਿਤੇ ਇਸੇ ਹੀ ਘਟਨਾਕ੍ਰਮ ਦਾ ਨਤੀਜਾ ਨੇ ਕਿ ਕਿਤੇ ਨਾ ਕਿਤੇ ਉੱਥੇ ਜਿਹੜਾ ਖਾਲਸਾਈ ਝੰਡਾ ਲਹਿਰਾਇਆ ਗਿਆ ਤੇ ਦੇਸ਼ ਦੇ ਝੰਡੇ ਦਾ ਅਪਮਾਨ ਕੀਤਾ ਗਿਆ। ਇਹ ਗ੍ਰਿਫਤਾਰੀ ਨੂੰ ਉਸ ਤਰ੍ਹਾਂ ਜੋੜਿਆ ਜਾਵੇ ਜਾਂ ਇੱਕ ਜਿਹੜੀ ਗ੍ਰਿਫਤਾਰੀ ਹੈ ਕੋਈ ਇੰਡੀਪੈਂਡੈਂਟ ਕੀਤੀ ਗਈ ਹੈ? ਤੋਂ ਸਮਾਨ ਲੈਣ ਗਏ ਸੀਗੇ, ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਅਚਾਰ ਲੈ ਕੇ ਗਏ ਸੀ ਅਸੀਂ। ਅਚਾਰ ਦੇ ਵਿੱਚ ਥੋੜੇ ਜਿਹਾ ਖਰਾਬ ਹੋਣ ਦੇ ਸ਼ੰਕਾ ਸੀਗੀ ਤਾਂ ਉਹ ਉੱਥੋਂ ਸਿਰਕਾ ਤੇ ਪ੍ਰੀਜ਼ਰਵੇਟਿਵ ਲੈਣ ਗਏ ਸੀਗੇ ਵੀ ਜੋ ਅਚਾਰ ਨੂੰ ਥੋੜਾ ਲੰਬਾ ਸਮੇਂ ਤੱਕ ਰੱਖਿਆ ਜਾ ਸਕੇ। ਤੁਹਾਡੇ ਪਿਤਾ ਜੀ ਦੀ ਗ੍ਰਿਫਤਾਰੀ ਦੇ ਨਾਲ ਹੋਰ ਵੀ ਗ੍ਰਿਫਤਾਰੀਆਂ ਕੀਤੀਆਂ ਗਈਆਂ? ਹਾਂਜੀ, ਇੱਕ ਪਰਸਨ ਹੈ ਪਰ ਮੈਂ ਉਹਦਾ ਨਾਮ ਨਹੀਂ ਜਾਣਦਾ, ਉਹ ATM ਤੋਂ ਪੈਸੇ ਕਢਾਉਣ ਗਏ ਸੀਗੇ, ਉਹਨਾਂ ਨੂੰ ਉੱਥੋਂ ਅਰੈਸਟ ਕੀਤਾ ਗਿਆ ਜੀ, ਨਰੇਲੇ ਤੋਂ ਹੀ। ਸਿੰਘੂ ਬਾਰਡਰ ਦੇ ਉੱਤੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ, ਤੁਹਾਨੂੰ ਪਤਾ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੀ ਹੈਗੀ ਉੱਥੇ ਜਿਹੜੀ ਹੈ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਉਸ ਤੋਂ ਬਾਅਦ ਕਿਤੇ ਨਾ ਕਿਤੇ ਸਰਕਾਰ ਵੱਲੋਂ ਵੀ ਰਿਐਕਸ਼ਨ ਆ ਰਿਹਾ। ਹੁਣ ਉੱਥੇ 82 ਦੇ ਕਰੀਬ ਜਿਹੜੀਆਂ ਨੇ ਉੱਥੇ ਗ੍ਰਿਫਤਾਰੀਆਂ ਕੀਤੀਆਂ ਗਈਆਂ, FIR ਦਰਜ ਕੀਤੀ ਗਈਆਂ, ਉਸ ਨੂੰ ਕਿਸ ਤਰ੍ਹਾਂ ਵੇਖਦੇ? ਦੇਖੋ ਜੀ, ਇਹ ਸਰਾਸਰ ਨਜਾਇਜ਼ ਧੱਕਾ ਕੀਤਾ ਗਿਆ, ਕਿਉਂਕਿ ਜਦੋਂ ਜਿਹੜੇ ਚੀਜ਼ ਤੇ ਦੰਗੇ ਹੋ ਰਹੇ ਆ, ਉਹ ਜੋ ਵੀ ਦੰਗਾ ਹੋ ਰਿਹਾ ਉਹ ਦਿੱਲੀ ਵਾਲੀ ਸਾਈਡ ਤੋਂ RSS ਦੇ ਬੰਦੇ ਆ ਕੇ ਕਰ ਰਹੇ ਆ। ਇੱਧਰਲੀ ਸਾਈਡ ਤੋਂ ਬਾਰਡਰ ਕ੍ਰਾਸ ਕਰਕੇ ਕੋਈ ਵੀ ਕਿਸਾਨ ਉੱਧਰ ਨਹੀਂ ਜਾ ਰਿਹਾ ਤੇ ਫਿਰ ਤੁਸੀਂ ਕਿਸਾਨਾਂ ਦੇ ਉੱਤੇ ਕਿਸ ਚੀਜ਼ ਦਾ ਪਰਚਾ ਕਰਨਾ ਚਾਹੁੰਦੇ ਹੋ? ਤੁਸੀਂ ਉਹਨਾਂ ਨੂੰ ਸਿਰਫ ਮੈਂਟਲੀ ਤੇ ਫਿਜ਼ੀਕਲੀ ਹਰਾਸ ਹੀ ਕਰ ਰਹੇ ਹੋ। ਤਿਹਾੜ ਜੇਲ੍ਹ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਵਿਅਕਤੀ, ਨੌਜਵਾਨ, ਬਜ਼ੁਰਗ, ਮਹਿਲਾਵਾਂ ਉੱਥੇ ਜਿਹੜੀਆਂ ਗ੍ਰਿਫਤਾਰ ਕੀਤੀ ਗਈਆਂ। ਇਹ ਹੌਲੀ ਹੌਲੀ ਪਤਾ ਲੱਗਦਾ ਜਾ ਰਿਹਾ ਕਿ ਲਿਸਟ ਵੀ ਉੱਥੋਂ ਜਾਰੀ ਹੋ ਰਹੀ ਹੈ ਕਿ ਕਿਹੜੇ ਕਿਹੜੇ ਵਿਅਕਤੀ ਜਿਹੜੇ ਆ ਪੰਜਾਬ ਨਾਲ ਸੰਬੰਧਿਤ ਜਾਂ ਵੱਖ-ਵੱਖ UP, ਹਰਿਆਣਾ, ਉੱਤਰ ਪ੍ਰਦੇਸ਼ ਦੇ ਹੋਰ ਸਟੇਟਾਂ ਨਾਲ ਸੰਬੰਧਿਤ ਵੀ ਹੈਗੇ ਨੇ। ਪਰ ਕਿਤੇ ਨਾ ਕਿਤੇ ਜਿਹੜੀ ਤੁਹਾਡੀ ਕਿਤੇ ਨਾ ਕਿਤੇ ਸੰਪਰਕ ਹੋਇਆ ਇਸ ਟਾਈਮ ਕਿ ਕਿਤੇ ਨਾ ਕਿਤੇ ਪਿਤਾ ਜੀ ਨੂੰ ਰਿਹਾ ਕਰਵਾਉਣ ਲਈ ਉੱਥੇ ਜਿਹੜੀ ਕੋਈ ਚਾਰਾਜੋਈ ਕਿਸੇ ਜਥੇਬੰਦੀ ਨਾਲ ਜਾਂ ਤੁਸੀਂ ਆਪਣੇ ਪਰਿਵਾਰ ਵੱਲੋਂ ਹੀ ਕੋਈ ਯਤਨ ਕੀਤਾ ਹੋਵੇ? ਦੇਖੋ ਜੀ, ਮੈਂ ਇਸ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਤੇ ਉੱਥੇ ਦੇ ਜਿਹੜੇ ਮੋਹਤਵਰ ਬੰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਉਹਨਾਂ ਨੇ ਪਹਿਲੇ ਦਿਨ ਤੋਂ ਹੀ 30 ਤਰੀਕ ਤੋਂ ਥਾਣੇ ਦੇ ਵਿੱਚ ਪਹੁੰਚ ਕੇ ਉੱਥੇ ਸਾਡੇ ਨਾਲੋਂ ਮੋਢਾ ਨਾਲ ਮੋਢਾ ਜੋੜ ਕੇ ਖੜੇ ਆ ਜੀ। ਉਹਨਾਂ ਵੱਲੋਂ ਆਪਣੇ ਵਕੀਲ ਸਾਹਿਬਾਨ, ਹੋਰ ਉੱਥੇ ਜਿਹੜੇ ਵਕੀਲ ਸਾਹਿਬਾਨ ਵੋਲੰਟੀਅਰ ਕਰ ਰਹੇ ਨੇ ਆਪਣੇ ਤਨ ਮਨ ਤੋਂ, ਉਹ ਵੀ ਸਾਡੇ ਨਾਲ ਉੱਥੇ ਖੜੇ ਆ ਤੇ ਉਹਨਾਂ ਵੱਲੋਂ ਸਾਨੂੰ ਪੂਰੀ
ਦਿੱਤੀ ਜਾ ਰਹੀ ਹੈ ਵੀ ਹਾਂਜੀ ਅਸੀਂ ਤੁਹਾਡੇ ਨਾਲ ਜਦੋਂ ਤੱਕ ਤੁਹਾਡੇ ਇਹ ਕੇਸ ਰਫਾ ਦਫਾ ਨਹੀਂ ਕੀਤੇ ਜਾਂਦੇ ਜਾਂ ਤੁਹਾਡੇ ਜਿਹੜੇ ਵੀ ਕਰੀਬੀ ਨੇ ਉਹਨਾਂ ਨੂੰ ਬੇਲ ਨਹੀਂ ਮਿਲਦੀ, ਅਸੀਂ ਤੁਹਾਡੇ ਨਾਲ ਖੜੇ ਹਾਂ। ਦਿੱਲੀ ਕਮੇਟੀ ਵੱਲੋਂ ਤੁਸੀਂ ਜਿਵੇਂ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਜਿਹੜੇ ਆ ਯਤਨ ਕੀਤੇ ਜਾ ਰਹੇ ਆ, ਪਰਿਵਾਰਾਂ ਨੂੰ ਭਰੋਸਾ ਦਿੱਤਾ ਜਾ ਰਿਹਾ ਕਿ ਕਿਤੇ ਨਾ ਕਿਤੇ ਜਿਹੜੀਆਂ ਰਿਹਾਈ ਆ ਉਹ ਇੱਕ ਨਹੀਂ ਸਾਰੇ ਵਿਅਕਤੀਆਂ ਦੀ ਹੀ ਹੋਏਗੀ, ਪਰ ਉਹਨਾਂ ਵੱਲੋਂ ਇੱਕ ਵਕੀਲਾਂ ਦਾ ਪੈਨਲ ਵੀ ਹੈ ਉਹ ਵੀ ਇੱਕ ਗਠਿਤ ਕੀਤਾ ਗਿਆ। ਪਰ ਤੁਸੀਂ ਆਪਣੇ ਪਰਿਵਾਰਕ ਤੌਰ ਤੇ ਜਾਂ ਆਪਣੇ ਪੱਧਰ ਦੇ ਉੱਤੇ ਉਹ ਕਿਹੜੇ ਯਤਨ ਕੀਤੇ ਨੇ, ਜਾਂ ਪਿੰਡ ਵੱਲੋਂ ਤੁਹਾਡਾ ਕੋਈ ਵਫਦ ਗਿਆ ਹੈ ਜਾਂ ਪਰਿਵਾਰ ਦੇ ਕੋਈ ਮੈਂਬਰ ਗਏ ਨੇ, ਰਿਹਾਈ ਨੂੰ ਲੈ ਕੇ ਕਿਸ ਤਰ੍ਹਾਂ ਦੇ ਯਤਨ ਕੀਤੇ ਨੇ? ਰਿਹਾਈ ਨੂੰ ਲੈ ਕੇ ਉੱਥੇ ਸਾਡੇ ਕਿਸੇ ਨਾਲ ਵੀ ਕੋਈ ਵੀ ਵਾਰਤਾਲਾਪ ਨਹੀਂ ਕੀਤੀ ਗਈ ਜੀ, ਨਾ ਤਾਂ ਸਾਡੀ ਪੁਲਿਸ ਨੇ ਕੋਈ ਗੱਲ ਸੁਣੀ ਹੈ ਤੇ ਉੱਥੇ ਜਿਹੜੇ ਕੋਰਟ ਦੇ ਵਿੱਚ ਰੋਹਿਣੀ ਕੋਰਟ ਦੇ ਵਿੱਚ ਉਹ ਪੇਸ਼ ਕੀਤੇ ਗਏ ਆ, ਨਾ ਸਾਡੀ ਉੱਥੇ ਕਿਸੇ ਨੇ ਮੁਲਾਕਾਤ ਹੋਣ ਦਿੱਤੀ ਹੈ ਜੀ। ਉਹਨਾਂ ਨੇ ਅੰਡਰਗਰਾਉਂਡ ਹੀ ਬੇਸਮੈਂਟ ਦੇ ਵਿੱਚ ਹੀ ਆਪਣਾ ਉਹਨਾਂ ਨੇ ਵੀਡੀਓ ਕਾਨਫਰੈਂਸਿੰਗ ਦੇ ਥਰੂ ਉਹਨਾਂ ਨੂੰ ਪੇਸ਼ ਕੀਤਾ। ਪੇਸ਼ ਕਰਨ ਤੋਂ ਬਾਅਦ ਉਹਨਾਂ ਨੂੰ ਬੱਸ ਦੇ ਵਿੱਚ ਬਿਠਾ ਕੇ ਸਿੱਧਾ ਤਿਹਾੜ ਜੇਲ੍ਹ ਲੈ ਕੇ ਗਏ ਨੇ ਜੀ। ਤਿਹਾੜ ਜੇਲ੍ਹ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਰਿਵਾਰ ਨਾਲ ਸੰਪਰਕ ਹੁੰਦਾ ਹੈ ਕਿ ਉਹਨਾਂ ਤੁਹਾਡੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ, ਗ੍ਰਿਫਤਾਰੀ ਤੋਂ ਬਾਅਦ ਤੁਹਾਨੂੰ ਇਹ ਪਤਾ ਲੱਗਿਆ ਕਿ ਉਹਨਾਂ ਦੇ ਉੱਤੇ ਕਿਹੜੀਆਂ ਧਾਰਾਵਾਂ ਲਾਈਆਂ ਗਈਆਂ ਨੇ, ਕਿਸ ਧਾਰਾ ਦੇ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਤੇ ਇਹ ਕੀ ਨੌਨ ਬੇਏਬਲ ਨੇ ਜਾਂ ਬੇਏਬਲ ਨੇ? ਇਹ ਇਸ ਤਰ੍ਹਾਂ ਦਾ ਤੁਹਾਨੂੰ ਕਿਸ ਤਰ੍ਹਾਂ ਲੱਗੇ ਜਿਹੜਾ ਤੁਸੀਂ ਸਟੈਪ ਚੁੱਕਣਾ ਉਹ ਕੀ ਆ? ਮੈਂ ਦਿੱਲੀ ਪੁਲਿਸ ਦੀ ਵੈਬਸਾਈਟ ਦੇ ਉੱਤੇ ਸਰਚ ਕੀਤਾ ਸੀਗਾ, ਜਿਹੜੀ ਕਿ FIR ਨੰਬਰ 44 2021 ਦੇ ਵਿੱਚ ਮੇਰੇ ਫਾਦਰ ਸਾਹਿਬ ਦਾ ਨਾਮ ਆ ਰਿਹਾ, ਤੇ ਮੈਂ ਉਹ ਡਾਊਨਲੋਡ ਕਰਨ ਦੀ ਕੋਸ਼ਿਸ਼ ਕੀਤੀ, ਬਟ ਉਹ ਹਲੇ ਤੱਕ ਦਿੱਲੀ ਪੁਲਿਸ ਵੱਲੋਂ ਅਪਲੋਡ ਹੀ ਨਹੀਂ ਕੀਤੀ ਗਈ ਜੀ। ਤੇ ਜਦ ਕਿ ਉਹਦੇ ਥੱਲੇ ਲਿਖਿਆ ਗਿਆ ਵੀ ਕੋਈ ਵੀ FIR 24 ਘੰਟੇ ਦੇ ਵਿੱਚ ਅਪਲੋਡ ਕੀਤੀ ਜਾਏਗੀ, ਪਰ ਹੁਣ ਜਿਹੜੀ ਸਾਡੇ ਵੱਲੋਂ ਹੈ, ਜਦੋਂ ਤੱਕ ਸਾਡੇ ਕੋਲ FIR ਦੀ ਕੋਈ ਕਾਪੀ ਨਹੀਂ ਆਂਦੀ ਉਦੋਂ ਤੱਕ ਅਸੀਂ ਨੈਕਸਟ ਸਟੈਪ ਨਹੀਂ ਲੈ ਸਕਦੇ। ਅਸੀਂ ਦਿੱਲੀ ਨੂੰ ਵੀ ਪੁਲਿਸ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਠੀਕ ਹੈ ਸਾਡੇ FIR ਹੋਈ ਹੈ, ਪਰ ਤੁਸੀਂ ਸਾਨੂੰ ਉਸ ਚੀਜ਼ ਦੇ ਬਾਰੇ ਮੁਹੱਈਆ ਕਰਾਓ ਵੀ FIR ਸਾਨੂੰ ਦਿੱਤੀ ਜਾਵੇ, ਅਸੀਂ ਜਲਦੀ ਤੋਂ ਜਲਦੀ ਆਪਣੇ ਜੋ ਵੀ ਸਾਡੇ ਚਾਹਵਾਨ ਹੈ, ਜੋ ਮੇਰੇ ਫਾਦਰ ਸਾਹਿਬ ਹੈ, ਅਸੀਂ ਉਹਨਾਂ ਦੀ ਬੇਲ ਕਰਾ ਸਕੀਏ। ਸ਼ਰਨਜੀਤ ਸਿੰਘ ਜੀ, ਜਿਵੇਂ ਪਿਤਾ ਜੀ ਉੱਥੇ ਗ੍ਰਿਫਤਾਰ ਕੀਤੇ ਗਏ ਨੇ, ਉਸ ਤੋਂ ਬਾਅਦ ਉਹਨਾਂ ਨਾਲ ਕੋਈ ਸੰਪਰਕ ਤੁਹਾਡਾ ਫੋਨ ਦੇ ਮਾਧਿਅਮ ਰਾਹੀਂ ਹੋਇਆ ਹੋਵੇ, ਜੇ ਉਹਨਾਂ ਨੇ ਫੋਨ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਕੋਈ ਗੱਲਬਾਤ ਕਰਕੇ ਕਿਸੇ ਤਰ੍ਹਾਂ ਦਾ ਮੈਸੇਜ ਲਾਇਆ ਹੋਵੇ ਮੇਰੀ ਗ੍ਰਿਫਤਾਰੀ ਹੋ ਚੁੱਕੀ ਹੈ? ਉਹਨਾਂ ਦਾ ਮੇਰੇ ਕੋਲੇ ਇੱਕ ਵਾਇਸ ਨੋਟ ਸਵੇਰੇ 30 ਤਰੀਕ ਨੂੰ ਸਵੇਰੇ 3:15 ਵਜੇ ਮੇਰੇ ਕੋਲ ਉਹਨਾਂ ਦਾ ਵਾਇਸ ਨੋਟ ਆਉਂਦਾ ਹੈ ਕਿ ਮੈਨੂੰ ਨਰੇਲੇ ਤੋਂ ਪੁਲਿਸ ਨੇ ਅਰੈਸਟ ਕੀਤਾ ਹੈ ਤੇ ਮੈਨੂੰ ਕਿੱਥੇ ਲੈ ਕੇ ਜਾ ਰਹੇ ਨੇ ਮੈਨੂੰ ਇਹ ਨਹੀਂ ਪਤਾ, ਮੈਨੂੰ ਕਿਹੜੇ ਥਾਣੇ ਦੇ ਵਿੱਚ ਰੱਖਿਆ ਜਾਏਗਾ ਮੈਨੂੰ ਇਹ ਵੀ ਨਹੀਂ ਪਤਾ। ਉਸ ਤੋਂ ਬਾਅਦ ਮੇਰੀ ਉਹਨਾਂ ਨਾਲ ਕੋਈ ਗੱਲਬਾਤ ਮੇਰੀ ਨਹੀਂ ਹੋ ਸਕੀ ਜੀ। ਕਿਸਾਨ ਸੰਘਰਸ਼ ਚੱਲ ਰਿਹਾ ਹੈ, ਗ੍ਰਿਫਤਾਰੀਆਂ ਹੋ ਰਹੀਆਂ ਨੇ, ਪਰ ਅਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਕਿਹੜੀ ਧਾਰਾ ਲੱਗੀ ਹੈ ਜਾਂ ਕਿਸ ਦੋਸ਼ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪਰ ਕੀ ਦੇਖਦੇ ਹੋ ਕਿ ਕਿਸਾਨੀ ਸੰਘਰਸ਼ ਦੇ ਚੱਲਦਿਆਂ ਕੇਂਦਰ ਦਾ ਕੀ ਰਵੱਈਆ ਹੈ, ਪੁਲਿਸ ਦਾ ਕੀ ਰਵੱਈਆ ਹੈ, ਤੇ ਕਿਸਾਨ ਜਥੇਬੰਦੀਆਂ ਵੱਲੋਂ ਕਿਸ ਤਰ੍ਹਾਂ ਦੀ ਸਪੋਰਟ ਹੈ? ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਤੇ ਨਾ ਕਿਤੇ ਜਿਹੜਾ ਪੁਲਿਸ ਹੈ ਉਹ ਕੀ ਰੁਖ ਤਿਆਰ ਕਰੀ ਬੈਠੀ ਹੈ, ਜਾਂ ਸਰਕਾਰ ਵੱਲੋਂ ਇਹ ਦਬਾਅ ਦੇ ਲਈ ਕੀਤਾ ਗਿਆ ਯਤਨ ਹੈ? ਇਹ ਸਰਾਸਰ ਸਰਕਾਰ ਵੱਲੋਂ ਦਬਾਅ ਪਾਉਣ ਦੇ ਲਈ ਕੀਤਾ ਗਿਆ ਹੈ ਵੀ ਇੱਥੇ ਜੇ ਅਸੀਂ ਅਰੈਸਟ ਕਰਾਂਗੇ ਤਾਂ ਇੱਥੇ ਥੋੜਾ ਜਿਹਾ ਕਿਸਾਨਾਂ ਦੀ ਗਿਣਤੀ ਘਟੇਗੀ, ਪਰ ਇਹ ਸਰਕਾਰ ਨੂੰ ਸਰਾਸਰ ਗਲਤ ਕਰ ਰਹੀ ਹੈ। ਉਹਨੂੰ ਇਹ ਵਹਿਮ ਹੈ ਕਿ ਅਗਰ ਇਹਨਾਂ ਤੇ ਪਰਚੇ ਕਰ ਦਿੱਤੇ ਜਾਣਗੇ ਤੇ ਇਹ ਵਾਪਸ ਘਰਾਂ ਨੂੰ ਚਲੇ ਜਾਣਗੇ, ਉਹ ਸਰਕਾਰ ਆਪਣੇ ਦਿਲ ਚੋਂ ਵਹਿਮ ਕੱਢ ਦੇਵੇ। ਇਹ ਐਦਾਂ ਦਾ ਕੁਝ ਨਹੀਂ ਹੋਏਗਾ, ਸਗੋਂ ਸਾਡੇ ਪਿੰਡ ਵਿੱਚੋਂ ਕੱਲ ਮਤਾ ਪਾ ਕੇ ਤੇ ਅੱਜ ਉੱਥੇ 4 ਬੰਦੇ ਭੇਜੇ ਗਏ ਨੇ, ਸਾਡੇ ਨਾਲ ਦੇ ਨੇੜੇ ਦੇ ਪਿੰਡਾਂ ਦੇ ਵਿੱਚ ਵੀ ਮਤੇ ਪਾਏ ਗਏ ਨੇ, ਉਹ ਵੀ ਆਪਣੀ ਵੱਧ ਚੜ ਕੇ ਸ਼ਮੂਲੀਅਤ ਉੱਥੇ ਧਰਨੇ ਦੇ ਵਿੱਚ ਕਰ ਰਹੇ ਆ ਜੀ। ਇਹ ਮਤੇ ਗ੍ਰਿਫਤਾਰੀਆਂ ਰਿਹਾਈ ਨੂੰ ਲੈ ਕੇ ਕੀਤੇ ਗਏ ਆ ਜਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਕੀਤੇ ਗਏ? ਇਹ ਸਾਰੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਤੇ ਜਿਹੜੇ ਇਹ ਨਜਾਇਜ਼ ਦਿੱਲੀ ਪੁਲਿਸ ਧੱਕਾ ਕਰ ਰਹੀ ਹੈ ਜਾਂ ਸੈਂਟਰ ਗਵਰਨਮੈਂਟ ਸਾਡੇ ਨਾਲ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ, ਨਜਾਇਜ਼ ਪਰਚੇ ਪਾ ਰਹੀ ਹੈ, ਇਹ ਉਹਦੇ ਰਿਗਾਰਡਿੰਗ ਕੀਤੇ ਗਏ ਜੀ। ਜਿਹੜਾ ਹੁਣ ਪਿਤਾ ਜੀ ਰਿਹਾਈ ਨੂੰ ਲੈ ਕੇ ਜਿਹੜੀ ਚਾਰਾਜੋਈ ਤੁਸੀਂ ਹੁਣ ਕਰ ਰਹੇ ਹੋ, ਤੇ ਹੁਣ ਤੁਸੀਂ ਅਗਲਾ ਤੁਹਾਡਾ ਸਟੈਪ ਕੀ ਹੈ? ਅਗਲਾ ਸਟੈਪ ਇਹ ਹੈ ਜੀ, ਮੈਂ ਸਾਰੇ ਆਪਣੇ ਪੰਜਾਬ ਦੇ ਤੇ ਹਰਿਆਣਾ ਤੇ ਜਿਹੜੇ ਵੀ ਮੇਰੇ ਲਾਗੇ ਸੂਬੇ ਪੈਂਦੇ ਨੇ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗਾ ਇਹ ਪਰਚੇ ਪਾਏ ਆ, ਇਹਨਾਂ ਨੇ ਧੱਕੇ ਨਾਲ ਪਾਏ ਆ, ਪਰ ਤੁਸੀਂ ਇਹਨਾਂ ਤੋਂ ਡਰਨਾ ਨਹੀਂ ਹੈਗਾ। ਤੁਸੀਂ ਵੱਧ ਚੜ ਕੇ ਉੱਥੇ ਹੋਰ ਸਗੋਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰੋ। ਇਹ ਕਾਲੇ ਕਾਨੂੰਨ ਆਪਾਂ ਨੂੰ ਹਰ ਹਾਲਤ ਦੇ ਵਿੱਚ ਵਾਪਸ ਇਹਨਾਂ ਨੂੰ ਸਰਕਾਰ ਨੂੰ ਲੈਣੇ ਪੈਣਗੇ, ਤੇ ਅਗਰ ਇਹ ਪਰਚੇ ਪਾ ਕੇ ਸਾਨੂੰ ਇਹ ਸੋਚਦੇ ਆ ਵੀ ਅਸੀਂ ਕਿਸਾਨਾਂ ਨੂੰ ਡਰਾ ਲਾਂਗੇ ਤਾਂ ਇਹਨਾਂ ਦੀ ਸਰਾਸਰ ਗਲਤਫਹਿਮੀ ਹੈ। ਇਹ ਸਨ ਸ਼ਰਨਜੀਤ ਸਿੰਘ, ਜਿਨ੍ਹਾਂ ਦੇ ਪਿਤਾ ਹਰਵਿੰਦਰ ਸਿੰਘ ਜੀ ਉੱਥੇ ਗ੍ਰਿਫਤਾਰ ਹੁੰਦੇ ਆ। ਦਿੱਲੀ ਹਿੰਸਾ ਤੋਂ ਬਾਅਦ ਵੱਖ-ਵੱਖ ਗ੍ਰਿਫਤਾਰੀਆਂ ਜਿਹੜੀਆਂ ਉਹ ਕੇਂਦਰ ਸਰਕਾਰ ਦੀ ਉੱਥੇ ਦਿੱਲੀ ਦੀ ਪੁਲਿਸ ਵੱਲੋਂ ਕੀਤੀਆਂ ਜਾਂਦੀਆਂ, ਤੇ ਇਹੋ ਜਿਹੀਆਂ ਧਾਰਾਵਾਂ ਲਾਈਆਂ ਜਾਂਦੀਆਂ ਜਿਨ੍ਹਾਂ ਦੇ ਬਾਰੇ ਪਰਿਵਾਰ ਦੇ ਕਈ ਵਿਅਕਤੀਆਂ ਨੂੰ ਅਜੇ ਤੱਕ ਨਹੀਂ ਪਤਾ ਕਿ ਕਿਹੜੇ ਦੋਸ਼ ਜਾਂ ਕਿਹੜੀਆਂ ਧਾਰਾਵਾਂ ਦੇ ਤਹਿਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ। ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਹੀ ਅਸੀਂ ਪਟਿਆਲੇ ਵਿੱਚ ਹੋਰ ਜਿੱਥੇ ਵੀ ਕਿਤੇ ਗ੍ਰਿਫਤਾਰੀਆਂ ਹੋਈਆਂ ਉਹਨਾਂ ਵਿਅਕਤੀਆਂ ਨਾਲ ਵੀ ਗੱਲਬਾਤ ਕਰਕੇ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ
ਸਾਂਝੀ ਕਰਾਂਗੇ। ਇਜਾਜ਼ਤ ਦਿਓ ਕਵਰ ਸਿੰਘ ਬੇਦੀ ਨੂੰ। ਧੰਨਵਾਦ।